ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਫਿਰ ਤੋਂ। ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ। ਯੋਧੇ ਦਾ ਅਰਥ ਹੀ ਇਹ ਹੈ ਕਿ ਉਸ ਦੀ ਤਲਵਾਰ ਦੀ ਧਾਰ ਤੋਂ ਤੂਫਾਨ ਵੀ ਡਰ ਕੇ ਆਪਣਾ ਵੇਗ, ਆਪਣਾ ਰਸਤਾ ਬਦਲ ਲੈਣ, ਜਾਂ ਫਿਰ ਉਸ 'ਤੇ ਅੱਗ ਵਰਸਾਉਂਦੇ ਤੀਰਾਂ ਵਿੱਚ ਸੂਰਜ ਵੀ ਝੁਲਸ ਕੇ ਸੁਆਹ ਹੋ ਜਾਵੇ। ਸ਼ਾਇਦ ਇਸ ਤੋਂ ਵਧੀਆ ਯੋਧੇ ਦੀ ਵਿਆਖਿਆ ਹੋਰ ਨਹੀਂ ਹੋ ਸਕਦੀ। ਸ਼ਿਵਾਜੀ ਮਰਾਠਾ ਇਹਨਾਂ ਯੋਧਿਆਂ ਦੀ ਕਤਾਰ ਵਿੱਚ ਚਮਕਦੇ ਅਨਮੋਲ ਹੀਰੇ ਹਨ। ਮੁਗਲਾਂ ਦੀ ਤਾਨਾਸ਼ਾਹੀ ਅਤੇ ਅਤਿਆਚਾਰਾਂ ਖਿਲਾਫ ਜਦੋਂ ਉਹਨਾਂ ਦੀ ਤਲਵਾਰ ਗਰਜੀ ਤਾਂ ਸੱਚਮੁੱਚ ਸ਼ੇਰ ਦੀ ਗਰਜਣਾ ਵੀ ਫਿੱਕੀ ਪੈ ਗਈ। ਜਿਸ ਪਾਸੇ ਸ਼ਿਵਾਜੀ ਦੀ ਅੱਖ ਘੁੰਮ ਜਾਂਦੀ, ਉਸੇ ਪਾਸੇ ਜ਼ਾਲਮਾਂ ਦੀਆਂ ਬਸਤੀਆਂ ਵਿੱਚ ਅਜਿਹਾ ਤਾਂਡਵ ਹੁੰਦਾ ਜਿਵੇਂ ਪ੍ਰਤੱਖ ਭਗਵਾਨ ਸ਼ਿਵ ਹੀ ਆਪਣੇ ਤ੍ਰਿਨੇਤਰ ਨਾਲ ਪਰਲੋ ਲਿਆ ਰਹੇ ਹੋਣ। ਸ਼ਿਵਾਜੀ ਦੀ ਸੈਨਾ ਦਾ ਸੈਨਾਪਤੀ ਵੀ ਉਹਨਾਂ ਦਾ ਸੰਗ ਕਰਕੇ ਤਲਵਾਰ ਚਲਾਉਣ ਵਿੱਚ ਧਨੀ ਹੋ ਚੁੱਕਾ ਸੀ। ਇੱਕ ਦਿਨ ਸ਼ਿਵਾਜੀ ਦਾ ਆਦੇਸ਼ ਮਿਲਦੇ ਹੀ ਉਸਨੇ ਕਲਿਆਣ ਦੇ ਕਿਲ੍ਹੇ 'ਤੇ ਚੜ੍ਹਾਈ ਕਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਉੱਥੋਂ ਦੀ ਮੁਗਲ ਰਿਆਸਤ ਮਰਾਠਾ ਰਿਆਸਤ ਦੀ ਗੁਲਾਮ ਬਣ ਗਈ। ਕਲਿਆਣ ਦਾ ਕਿਲ੍ਹਾ ਜਿੱਤਦੇ ਹੀ ਸ਼ਿਵਾਜੀ ਦੀ ਸੈਨਾ ਨੇ ਮੁਗਲਾਂ ਦੇ ਖਜ਼ਾਨੇ ਉੱਤੇ ਆਪਣਾ ਕਬਜ਼ਾ ਕਰ ਲਿਆ ਅਤੇ ਉਹਨਾਂ ਨੂੰ ਵੱਡੇ ਵੱਡੇ ਸੰਦੂਕਾਂ ਵਿੱਚ ਭਰ ਕੇ ਹਾਥੀਆਂ 'ਤੇ ਲੱਦ ਲਿਆ। ਪਰੰਤੂ ਸੈਨਾਪਤੀ ਆਬਾ ਜੀ ਸੋਨਦੇਵ ਤਾਂ ਲੁੱਟਣ ਵਿੱਚ ਬਿਲਕੁਲ ਹੀ ਅਲੱਗ ਰਸਤੇ ਉੱਤੇ ਨਿਕਲ ਗਿਆ। ਇਸ ਪ੍ਰਕਾਰ ਦੀ ਲੁੱਟ ਮੁਗਲਾਂ ਵਿੱਚ ਤਾਂ ਆਮ ਸੀ, ਜਿਸ ਵਿੱਚ ਦੁਸ਼ਮਣ ਪੱਖ ਦੀਆਂ ਇਸਤਰੀਆਂ ਦੀ ਲੁੱਟ ਵੀ ਸ਼ਾਮਿਲ ਸੀ, ਪਰੰਤੂ ਹਿੰਦੂਆਂ ਵਿੱਚ ਇਸ ਲੁੱਟ ਦੀਆਂ ਕਹਾਣੀਆਂ ਆਟੇ ਵਿੱਚ ਲੂਣ ਬਰਾਬਰ ਸਨ। ਆਬਾ ਜੀ ਸੋਨਦੇਵ ਨੇ ਸੂਬੇਦਾਰਾਂ ਦੀ ਨੂੰਹ ਬੇਗਮ ਗੌਹਰ ਬਾਨੋ ਦੀ ਸੁੰਦਰਤਾ ਬਾਰੇ ਸੁਣਿਆ ਹੋਇਆ ਸੀ ਕਿ ਉਹ ਸੁਹੱਪਣ ਦੀ ਮੂਰਤ ਹੈ। ਜਦੋਂ ਉਸਨੇ ਖੁਦ ਬੇਗਮ ਗੌਹਰ ਬਾਨੋ ਨੂੰ ਦੇਖਿਆ ਤਾਂ ਉਸਨੂੰ ਕੁਦਰਤ ਦੇ ਹੁਨਰ 'ਤੇ ਹੈਰਾਨੀ ਹੋਈ, ਕਿਉਂਕਿ ਉਸਨੇ ਅੱਜ ਤੱਕ ਇੰਨੀ ਸੋਹਣੀ ਜ਼ਿਆਦਾ ਮੂਰਤ ਸੰਸਾਰ ਵਿੱਚ ਕਦੇ ਨਹੀਂ ਦੇਖੀ ਸੀ। ਉਸਦੇ ਮਨ ਵਿੱਚ ਖਿਆਲ ਆਇਆ ਕਿ ਇਸਨੂੰ ਤਾਂ ਸ਼ਿਵਾਜੀ ਦੇ ਮਹਿਲ ਵਿੱਚ ਹੋਣਾ ਚਾਹੀਦਾ ਹੈ। ਇਸੇ ਭਾਵਨਾ ਦੇ ਅਧੀਨ ਹੋ ਕੇ ਆਬਾ ਜੀ ਸੋਨਦੇਵ ਨੇ ਗੌਹਰ ਬਾਨੋ ਨੂੰ ਉਸਦੇ ਮਹਿਲ ਵਿੱਚੋਂ ਜ਼ਬਰਦਸਤੀ ਬੰਦੀ ਬਣਾ ਲਿਆ ਅਤੇ ਸ਼ਿਵਾਜੀ ਦੇ ਮਹਿਲ ਵਿੱਚ ਚੱਲ ਪਏ। ਰਸਤੇ ਵਿੱਚ ਸੋਨਦੇਵ ਮਨ ਹੀ ਮਨ ਪ੍ਰਸੰਨ ਹੋ ਰਿਹਾ ਸੀ ਕਿ ਸ਼ਿਵਾਜੀ ਮੇਰੀ ਜਿੱਤ 'ਤੇ ਤਾਂ ਖੁਸ਼ ਹੋਣਗੇ ਹੀ, ਪਰ ਜਦੋਂ ਗੌਹਰ ਬਾਨੋ ਦੇ ਰੂਪ ਵਿੱਚ ਇੰਨੇ ਸੁੰਦਰ ਤੋਹਫ਼ੇ ਨੂੰ ਦੇਖਣਗੇ ਤਾਂ ਉਹਨਾਂ ਦੀ ਖੁਸ਼ੀ ਦੋਗਣੀ ਹੋ ਜਾਵੇਗੀ। ਉਹ ਮੇਰੇ ਉੱਪਰ ਇਨਾਮਾਂ ਦੀ ਬਰਸਾਤ ਕਰ ਦੇਣਗੇ। ਉੱਧਰ ਸ਼ਿਵਾਜੀ ਜਿੱਤ ਦੀ ਖ਼ਬਰ ਤੋਂ ਬਹੁਤ ਪ੍ਰਸੰਨ। ਮਨ ਵਿੱਚ ਆਬਾ ਜੀ ਸੋਨਦੇਵ ਲਈ ਅਥਾਹ ਪਿਆਰ ਪੈਦਾ ਹੋ ਰਿਹਾ ਸੀ। ਜਦੋਂ ਆਬਾ ਜੀ ਸੋਨਦੇਵ ਨਗਰ ਵਿੱਚ ਪ੍ਰਵੇਸ਼ ਹੋਏ ਤਾਂ ਉਹਨਾਂ ਦਾ ਸਵਾਗਤ ਕਿਸੇ ਰਾਜੇ ਮਹਾਰਾਜੇ ਵਾਂਗ ਕੀਤਾ ਗਿਆ। ਸ਼ਿਵਾਜੀ ਖੁਦ ਮਹਿਲ ਦੇ ਦੁਆਰਾਂ ਤੋਂ ਆਬਾ ਜੀ ਸੋਨਦੇਵ ਨੂੰ ਆਪਣੇ ਨਾਲ ਰਾਜ ਮਹਿਲ ਅੰਦਰ ਲੈ ਗਏ। ਸ਼ਿਵਾਜੀ ਕਹਿਣ ਲੱਗੇ, ਸੋਨਦੇਵ ਤੂੰ ਤਾਂ ਕਮਾਲ ਕਰ ਦਿੱਤਾ। ਸੋਨਦੇਵ ਨੇ ਕਿਹਾ, ਨਹੀਂ ਸ਼ਿਵਾਜੀ, ਇਹ ਤਾਂ ਬਸ ਆਪ ਦੇ ਪ੍ਰੇਮ ਤੇ ਵਿਸ਼ਵਾਸ ਦਾ ਕਮਾਲ ਹੈ। ਸ਼ਿਵਾਜੀ, ਨਹੀਂ ਸੋਨਦੇਵ, ਇਹ ਸਭ ਤਾਂ ਗੁਰੂਦੇਵ ਸਮਰੱਥ ਰਾਮਦਾਸ ਜੀ ਦੀ ਕਿਰਪਾ ਹੈ। ਉਹਨਾਂ ਦੀ ਕਿਰਪਾ ਦਾ ਹੀ ਪ੍ਰਤਾਪ ਹੈ ਕਿ ਜਿੱਧਰ ਵੀ ਸਾਡੀ ਸੈਨਾ ਜਾਂਦੀ ਹੈ ਤਾਂ ਜਿੱਤ ਸਾਡਾ ਬਾਹਾਂ ਪਸਾਰ ਕੇ ਸਵਾਗਤ ਕਰਦੀ ਹੈ। ਸੋਨਦੇਵ ਜੀ ਮਹਾਰਾਜ, ਮੈਂ ਇਸ ਯੁੱਧ ਵਿੱਚ ਆਪ ਲਈ ਅਜਿਹਾ ਤੋਹਫ਼ਾ ਜਿੱਤ ਕੇ ਲਿਆਇਆ ਹਾਂ ਕਿ ਜਿਸ ਦਾ ਸਾਨੀ ਪੂਰੀ ਦੁਨੀਆ ਵਿੱਚ ਨਹੀਂ ਮਿਲੇਗਾ। ਸ਼ਿਵਾਜੀ, ਕੀ ਕਿਹਾ? ਸੋਨਦੇਵ, ਹੇ ਮਹਾਨ ਸਮਰਾਟ, ਕੀ ਕਹਾਂ, ਤੁਸੀਂ ਖੁਦ ਹੀ ਆਪਣੀਆਂ ਅੱਖਾਂ ਨਾਲ ਦੇਖ ਲਵੋ। ਜੇਕਰ ਆਪ ਦੀ ਆਗਿਆ ਹੋਵੇ ਤਾਂ ਮੈਂ ਉਹ ਅਜੂਬਾ ਆਪ ਦੇ ਸਾਹਮਣੇ ਪੇਸ਼ ਕਰਾਂ। ਸ਼ਿਵਾਜੀ ਨੇ ਸਿਰ ਹਿਲਾ ਕੇ ਆਪਣੀ ਹਾਮੀ ਭਰ ਦਿੱਤੀ। ਸ਼ਿਵਾਜੀ ਦੀ ਆਗਿਆ ਮਿਲਦੇ ਹੀ ਗੌਹਰ ਬਾਨੋ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਇਹ ਦ੍ਰਿਸ਼ ਦੇਖ ਕੇ ਸ਼ਿਵਾਜੀ ਦਾ ਮੱਥਾ ਠਣਕਿਆ, ਕਿਉਂਕਿ ਜੰਜੀਰਾਂ ਵਿੱਚ ਬੰਨ੍ਹ ਕੇ ਲਿਆਂਦਾ ਗਿਆ ਸਾਹਮਣੇ ਖੜ੍ਹਾ ਵਿਅਕਤੀ ਜੇਕਰ ਕੋਈ ਪੁਰਸ਼ ਹੁੰਦਾ ਤਾਂ ਸਮਝ ਲੈਂਦੇ ਕਿ ਕੋਈ ਗੁਨਾਹਗਾਰ ਹੈ, ਪਰੰਤੂ ਸੁੰਦਰ ਵਸਤਰਾਂ ਵਿੱਚ ਲਿਪਟੀ ਔਰਤ ਨੂੰ ਦੇਖ ਕੇ ਉਹ ਝੱਟ ਹੀ ਉਹਨਾਂ ਨੇ ਅੰਦਾਜ਼ਾ ਲਗਾ ਲਿਆ ਕਿ ਇਹ ਜ਼ਰੂਰ ਕਿਸੇ ਹਾਰੇ ਹੋਏ ਰਾਜੇ ਦੀ ਔਰਤ ਹੈ। ਉਹ ਸੋਚ ਵੀ ਨਹੀਂ ਸਕਦਾ ਸੀ
ਕਿ ਉਹਨਾਂ ਦਾ ਸੈਨਾਪਤੀ ਕਿਸੇ ਇਸਤਰੀ ਨੂੰ ਤੋਹਫੇ ਦੇ ਰੂਪ ਵਿੱਚ ਲਿਆ ਸਕਦਾ ਹੈ। ਉਹਨਾਂ ਨੇ ਸਵਾਲੀਆ ਦ੍ਰਿਸ਼ਟੀਕੋਣ ਨਾਲ ਆਪਣੇ ਸੈਨਾਪਤੀ ਸੋਨਦੇਵ ਨੂੰ ਦੇਖਿਆ। ਉਹਨਾਂ ਦੀਆਂ ਤਿੱਖੀਆਂ ਨਜ਼ਰਾਂ ਪੁੱਛ ਰਹੀਆਂ ਸਨ ਕਿ ਸੋਨਦੇਵ, ਇਸ ਇਸਤਰੀ ਨੂੰ ਕਿਤੇ ਤੂੰ ਮੇਰੇ ਆਦਰਸ਼ਾਂ ਦਾ ਕਤਲ ਕਰਨ ਤਾਂ ਨਹੀਂ ਲਿਆਇਆ। ਜਦੋਂ ਸੈਨਾਪਤੀ ਗੌਹਰ ਬਾਨੋ ਵੱਲ ਇਸ਼ਾਰਾ ਕਰਕੇ ਸ਼ਿਵਾਜੀ ਨੂੰ ਉਸ ਤੋਹਫੇ ਬਾਰੇ ਦੱਸਣ ਲੱਗਾ ਤਾਂ ਸ਼ਿਵਾਜੀ ਦੇ ਬੋਲਾਂ ਵਿੱਚ ਰੋਸ ਪੈਦਾ ਹੋ ਗਿਆ। ਉਹ ਆਪਣੇ ਸੈਨਾਪਤੀ ਨੂੰ ਮੁਖਾਤਿਬ ਹੁੰਦੇ ਹੋਏ ਕਹਿਣ ਲੱਗੇ ਕਿ ਇਹ ਕਿਸ ਨੂੰ ਲੈ ਕੇ ਆਇਆ ਹੈ ਤੂੰ, ਅਤੇ ਉਹ ਤੋਹਫਾ ਕਿੱਥੇ ਹੈ ਜਿਸ ਦੀ ਤੂੰ ਚਰਚਾ ਕਰ ਰਿਹਾ ਸੀ। ਸੋਨਦੇਵ, ਹੇ ਸ਼ਿਵਾਜੀ ਸਮਰਾਟ, ਆਪ ਕਿਰਪਾ ਕਰਕੇ ਸੁੰਦਰਤਾ ਦੇ ਸਿਖਰ ਇਸ ਗੌਹਰ ਬਾਨੋ ਦਾ ਚਿਹਰਾ ਤਾਂ ਦੇਖੋ। ਇਹ ਮੈਂ ਖਾਸ ਤੌਰ 'ਤੇ ਸਿਰਫ ਆਪ ਦੇ ਲਈ ਹੀ ਲੈ ਕੇ ਆਇਆ ਹਾਂ। ਜਿਸ ਤਰ੍ਹਾਂ ਮੁਗਲ ਸਾਡੀਆਂ ਹਿੰਦੂ ਇਸਤਰੀਆਂ ਨੂੰ ਉਠਾ ਕੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਸਨ, ਉਸੇ ਤਰ੍ਹਾਂ ਅਸੀਂ ਵੀ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਗੌਹਰ ਬਾਨੋ ਨੂੰ ਲੈ ਕੇ ਆਏ ਹਾਂ। ਇੰਨਾ ਸੁਣਨ ਦੀ ਦੇਰ ਸੀ ਕਿ ਸ਼ਿਵਾਜੀ ਮਰਾਠਾ ਦਾ ਚਿਹਰਾ ਇੱਕਦਮ ਕ੍ਰੋਧ ਵਿੱਚ ਭਖਣ ਲੱਗਾ। ਉਹ ਤਲਵਾਰ ਖਿੱਚ ਕੇ ਆਪਣੇ ਆਸਣ ਤੋਂ ਖੜ੍ਹੇ ਹੋ ਗਏ ਅਤੇ ਗਰਜਦੇ ਹੋਏ ਬੋਲੇ, ਚੁੱਪ ਰਹਿ ਸੋਨਦੇਵ, ਇੱਕ ਲਫ਼ਜ਼ ਵੀ ਗੌਹਰ ਬਾਨੋ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ, ਨਹੀਂ ਤਾਂ ਅਸੀਂ। ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੇ ਗੁਰਦੇਵ ਨੇ ਮੈਨੂੰ ਹਮੇਸ਼ਾ ਉੱਚ ਚਰਿੱਤਰ ਦੀ ਸਿੱਖਿਆ ਦਿੱਤੀ ਹੀ ਨਹੀਂ, ਸਗੋਂ ਮੇਰੇ ਚਰਿੱਤਰ ਨੂੰ ਉਸਦੇ ਅਨੁਸਾਰ ਢਾਲਿਆ ਵੀ ਹੈ। ਸੋਨਦੇਵ, ਗੁਰੂ ਕਿਰਪਾ ਨਾਲ ਪਰਾਈ ਇਸਤਰੀ ਨੂੰ ਦੇਖ, ਜਿਨ੍ਹਾਂ ਨੇਤਰਾਂ ਨੇ ਸਿਰਫ ਥੱਲੇ ਝੁਕਣਾ ਹੀ ਸਿੱਖਿਆ ਹੈ, ਤੂੰ ਉਹਨਾਂ ਨੂੰ ਕਹਿ ਰਿਹਾ ਹੈ ਕਿ ਇਸ ਦੇ ਸੁਹੱਪਣ ਪਰਖਣ। ਕੀ ਤੂੰ ਨਹੀਂ ਜਾਣਦਾ ਕਿ ਗੁਰੂਦੇਵ ਦੀ ਸੂਰਤ ਤੋਂ ਬਿਨਾਂ ਸਾਨੂੰ ਹੋਰ ਕਿਸੇ ਦੀ ਸੂਰਤ ਵਿੱਚ ਸੁਹੱਪਣ ਨਹੀਂ ਦਿਖਾਈ ਦਿੰਦਾ। ਸਾਡੀ ਵਿਚਾਰਧਾਰਾ ਇੱਜ਼ਤ ਨੂੰ ਢਕਣ ਦੀ ਹੈ, ਨਾ ਕਿ ਉਸਨੂੰ ਭਰੀਆਂ ਸਭਾਵਾਂ ਵਿੱਚ ਨਿਲਾਮ ਕਰਨ ਦੀ। ਇਹ ਸਮਰੱਥ ਗੁਰੂ ਰਾਮਦਾਸ ਜੀ ਦੇ ਆਦਰਸ਼ਾਂ ਵਿੱਚ ਰੰਗੇ ਸ਼ਿਵਾਜੀ ਸਭਾ ਹੈ। ਕਿਸੇ ਬੇਗਾਨੀ ਧੀ ਭੈਣ ਅਤੇ ਨੂੰਹ ਨੂੰ ਇੱਜ਼ਤ ਬਖਸ਼ੀ ਜਾਂਦੀ ਹੈ। ਸੋਨਦੇਵ, ਤੂੰ ਨਹੀਂ ਜਾਣਦਾ ਕਿ ਆਉਣ ਵਾਲੇ ਇਤਿਹਾਸ ਵਿੱਚ ਜੇ ਕਿਤੇ ਮੈਂ ਪਿੱਛੇ ਮੁੜ ਕੇ ਦੇਖਾਂ ਤਾਂ ਇਹ ਸ਼ਰਮਨਾਕ ਘਟਨਾ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਰੜਕੇਗੀ। ਮੇਰੇ ਦਰਬਾਰ ਵਿੱਚ ਜਿੱਥੇ ਇੱਕ ਨਾਰੀ ਨੂੰ ਮਾਤਾ, ਭੈਣ ਜਾਂ ਪੁੱਤਰੀ ਸ਼ਬਦ ਨਾਲ ਨਵਾਜਿਆ ਜਾਣਾ ਚਾਹੀਦਾ ਸੀ, ਉਸ ਲਈ ਤੂੰ ਤੋਹਫੇ ਵਰਗੇ ਸ਼ਬਦ ਦਾ ਪ੍ਰਯੋਗ ਕੀਤਾ। ਸੋਨਦੇਵ, ਸੱਚਮੁੱਚ ਤੂੰ ਸਾਨੂੰ ਸਾਡੀਆਂ ਹੀ ਨਜ਼ਰਾਂ ਵਿੱਚ ਗੁਨਾਹਗਾਰ ਬਣਾ ਦਿੱਤਾ ਹੈ। ਇਹ ਕਹਿ ਕੇ ਸ਼ਿਵਾਜੀ ਸਿੰਘਾਸਨ ਤੋਂ ਸਿੱਧੇ ਗੌਹਰ ਬਾਨੋ ਕੋਲ ਆ ਕੇ ਰੁਕ ਗਏ। ਉਹ ਹੱਥ ਜੋੜ ਕੇ ਕਹਿਣ ਲੱਗੇ, ਮਾਂ, ਆਪਣੇ ਬੱਚੇ ਨੂੰ ਮਾਫ਼ ਕਰ ਦਿਓ। ਸੋਨਦੇਵ ਦੀ ਗਲਤੀ ਲਈ ਮੈਂ ਆਪ ਤੋਂ ਮਾਫ਼ੀ ਮੰਗਦਾ ਹਾਂ ਅਤੇ ਆਪ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਕਿ ਆਪ ਬਿਲਕੁਲ ਨਿਸ਼ਚਿੰਤ ਹੋ ਜਾਓ। ਹੇ ਮਾਤਾ, ਆਪ ਨੂੰ ਸਹੀ ਸਲਾਮਤ ਆਪ ਦੇ ਮਹਿਲ ਅੰਦਰ ਪਹੁੰਚਾ ਦਿੱਤਾ ਜਾਵੇਗਾ। ਗੌਹਰ ਬਾਨੋ, ਜੋ ਹੁਣ ਤੱਕ ਨਕਾਬ ਵਿੱਚ ਲਿਪਟੀ ਹੋਈ ਸੀ ਅਤੇ ਸ਼ਿਵਾਜੀ ਨੂੰ ਧੁੰਦਲਾ ਜਿਹਾ ਦੇਖ ਰਹੀ ਸੀ, ਉਹ ਅੰਦਰ ਤੱਕ ਤੜਫ ਉੱਠੀ ਕਿ ਇਹ ਕੋਈ ਸਧਾਰਨ ਇਨਸਾਨ ਨਹੀਂ ਹੋ ਸਕਦਾ, ਇਹ ਤਾਂ ਜ਼ਰੂਰ ਅਰਸ਼ੋਂ ਉਤਰਿਆ ਕੋਈ ਫਰਿਸ਼ਤਾ ਹੈ। ਉਸ ਤੋਂ ਰਿਹਾ ਨਾ ਗਿਆ ਅਤੇ ਉਸਨੇ ਆਪਣਾ ਨਕਾਬ ਉਤਾਰ ਦਿੱਤਾ ਅਤੇ ਜੀ ਭਰ ਕੇ ਸ਼ਿਵਾਜੀ ਦੇ ਦਰਸ਼ਨ ਕਰਨ ਲੱਗੀ। ਉਹ ਦਿਲ ਦੇ ਕਿਸੇ ਕੋਨੇ 'ਚੋਂ ਆਬਾ ਜੀ ਸੋਨਦੇਵ ਦਾ ਧੰਨਵਾਦ ਕਰ ਰਹੀ ਸੀ ਕਿ ਆਪ ਨੇ ਮੈਨੂੰ ਇੱਥੇ ਲਿਆ ਕੇ ਮੇਰੇ ਉੱਪਰ ਬਹੁਤ ਵੱਡਾ ਅਹਿਸਾਨ ਕੀਤਾ ਹੈ, ਜਿਸ ਦਾ ਮੈਂ ਜੀਵਨ ਭਰ ਵਿੱਚ ਕਦੇ ਵੀ ਬਦਲਾ ਨਹੀਂ ਚੁਕਾ ਸਕਾਂਗੀ। ਤੋਹਫਾ ਤਾਂ ਅੱਜ ਜ਼ਰੂਰ ਮਿਲਿਆ ਸੀ, ਪਰੰਤੂ ਸ਼ਿਵਾਜੀ ਨੂੰ ਨਹੀਂ, ਬਲਕਿ ਗੌਹਰ ਬਾਨੋ ਨੂੰ, ਜਿਸ ਨੂੰ ਆਪਣੇ ਜੀਵਨ ਵਿੱਚ ਮਰਨ ਤੋਂ ਪਹਿਲਾਂ ਕਿਸੇ ਦੇਵਤੇ ਦੇ ਦਰਸ਼ਨ ਹੋ ਗਏ ਸਨ। ਇੱਧਰ ਸ਼ਿਵਾਜੀ ਨੇ ਵੀ ਜਦੋਂ ਗੌਹਰ ਬਾਨੋ ਨੂੰ ਦੇਖਿਆ ਤਾਂ ਬਸ ਦੇਖਦੇ ਹੀ ਰਹਿ ਗਿਆ। ਨਜ਼ਰਾਂ ਗੌਹਰ ਬਾਨੋ ਦੇ ਚਿਹਰੇ 'ਤੇ ਹੀ ਅਟਕ ਕੇ ਰਹਿ ਗਈਆਂ, ਪਰੰਤੂ ਇਹਨਾਂ ਨਜ਼ਰਾਂ ਵਿੱਚ ਪਾਪ ਨਹੀਂ, ਬਲਕਿ ਸਤਿਕਾਰ ਸੀ। ਲੱਗ ਰਿਹਾ ਸੀ ਜਿਵੇਂ ਸ਼ਿਵਾਜੀ ਗੌਹਰ ਬਾਨੋ ਦੇ ਚਿਹਰੇ 'ਚੋਂ ਕੁਝ ਲੱਭ ਰਹੇ ਹੋਣ। ਉਹ ਭਾਵ ਸ਼ਿਵਾਜੀ ਦੀ ਜ਼ੁਬਾਨ ਤੋਂ ਵੀ ਆ ਗਏ। ਉਹ ਗੌਹਰ ਬਾਨੋ ਨੂੰ ਕਹਿਣ ਲੱਗੇ, ਮਾਤਾ, ਬੇਸ਼ੱਕ ਆਪ ਬਹੁਤ ਸੁੰਦਰ ਹੋ, ਸ਼ਾਇਦ ਸ੍ਰਿਸ਼ਟੀ ਵਿੱਚ ਸਭ ਤੋਂ ਸੁੰਦਰ।
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਆਪ ਵਰਗੀ ਮਾਤਾ ਦੇ ਦਰਸ਼ਨ ਹੋਏ, ਪਰੰਤੂ ਅੱਜ ਪਹਿਲੀ ਵਾਰ ਮੈਨੂੰ ਆਪਣੀ ਕਿਸਮਤ ਨਾਲ ਸ਼ਿਕਵਾ ਹੋਇਆ ਹੈ। ਗੌਹਰ ਬਾਨੋ ਸ਼ਿਵਾ ਜੀ ਦੇ ਇਸ ਕਥਨ ਨੂੰ ਸੁਣ ਕੇ ਉਹਨਾਂ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੀ, ਜਿਵੇਂ ਪੁੱਛ ਰਹੀ ਹੋਵੇ ਕਿ ਆਪ ਕਿਸੇ ਮਹਾਂਪੁਰਸ਼ ਨੂੰ ਆਪਣੇ ਆਪ ਨਾਲ ਕੀ ਗਿਲਾ ਹੋ ਸਕਦਾ ਹੈ। ਸ਼ਿਵਾ ਜੀ ਬੋਲੇ, ਮਾਤਾ, ਮੈਂ ਸੋਚ ਰਿਹਾ ਸੀ ਕਿ ਜੇਕਰ ਮੈਂ ਆਪ ਦੀ ਕੁੱਖੋਂ ਜਨਮਿਆ ਹੁੰਦਾ ਤਾਂ ਆਪ ਦੀ ਪਰਛਾਈ ਮੇਰੇ 'ਤੇ ਵੀ ਹੋਣੀ ਸੀ। ਮੈਂ ਵੀ ਆਪ ਦੀ ਤਰ੍ਹਾਂ ਸੁੰਦਰ ਹੁੰਦਾ। ਇੰਨਾ ਸੁਣਨ ਦੀ ਦੇਰ ਸੀ ਕਿ ਗੌਹਰ ਬਾਨੋ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਤੁਰੀ। ਉਹ ਆਪਣੇ ਆਪ ਨੂੰ ਧੰਨ ਸਮਝ ਰਹੀ ਸੀ ਕਿ ਉਸਨੂੰ ਅੱਜ ਅੱਲਾਹ ਨੇ ਇੱਕ ਫਰਿਸ਼ਤੇ ਵਰਗੇ ਪੁੱਤਰ ਨਾਲ ਨਵਾਜ਼ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਸੋਮਦੇਵ ਨੇ ਅਣਜਾਣਪੁਣੇ ਵਿੱਚ ਦੋਵਾਂ ਨੂੰ ਸੱਚਮੁੱਚ ਹੀ ਕੋਈ ਵਿਲੱਖਣ ਤੋਹਫ਼ਾ ਦੇ ਦਿੱਤਾ ਸੀ। ਸ਼ਿਵਾ ਜੀ ਨੂੰ ਮਾਂ ਦਾ ਇਹ ਗੌਹਰ ਬਾਨੋ ਨੂੰ ਪੁੱਤਰ ਦਾ ਅਤੇ ਇਹਨਾਂ ਸਭ ਪਵਿੱਤਰ ਭਾਵਨਾਵਾਂ ਪਿੱਛੇ ਸਿਰਫ ਇੱਕ ਹੀ ਸ਼ਕਤੀ ਦਾ ਹੱਥ ਸੀ, ਸਮਰੱਥ ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਗਿਆਨ ਅਤੇ ਸੰਸਕਾਰ ਕਰਕੇ ਅੱਜ ਦੁਸ਼ਮਣ ਦੀ ਨੂੰਹ ਵਿੱਚ ਵੀ ਸ਼ਿਵਾ ਜੀ ਨੂੰ ਮਾਂ ਦੇ ਦਰਸ਼ਨ ਹੋ ਰਹੇ ਸਨ। ਇਹ ਸੀ ਸ਼ਿਵਾ ਜੀ ਮਰਾਠਾ ਜੀ ਦੀ ਇੱਕ ਮਿਸਾਲ ਕਿ ਹਿੰਦੂ ਧਰਮ ਦੇ ਵਿੱਚ ਔਰਤਾਂ ਦਾ ਕਿੰਨਾ ਆਦਰ ਅਤੇ ਸਤਿਕਾਰ ਕੀਤਾ ਜਾਂਦਾ ਹੈ। ਸੋ ਤੁਸੀਂ ਇਸ ਕਹਾਣੀ ਵਿੱਚੋਂ ਕੀ ਸਿੱਖਿਆ, ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਕਹਾਣੀ ਵਿੱਚੋਂ ਜ਼ਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ। ਇੱਦਾਂ ਦੀਆਂ ਹੋਰ ਕਹਾਣੀਆਂ ਸੁਣਨ ਵਾਸਤੇ, ਵੀਡੀਓ ਦੇਖਣ ਵਾਸਤੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ